ਜਤ ਪਹਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸਬਦੇ ਸਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਜਪਜੀ ਸਾਹਿਬ ਦੀ 38ਵੀਂ ਪੌੜੀ, ਜੋ ਪੌੜੀਆਂ ਦਾ ਉਪਸੰਹਾਰ ਹੈ। ਪੌੜੀਆਂ ਦੇ ਰੂਪ ਵਿੱਚ ਜਿਸ ਦੇ ਜਪਜੀ ਸਾਹਿਬ ਦੀ ਸਮਾਪਤੀ ਹੈ, ਤੇ ਜਪਜੀ ਸਾਹਿਬ ਦਾ ਹੁਣ ਮੂਲ ਸਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਵਿੱਚ ਕਥਨ ਕਰਦੇ ਨੇ। ਸਾਰੀਆਂ ਪੌੜੀਆਂ ਵਿੱਚ ਮੂਲ ਸਿੱਖਿਆ ਤੇ ਦੀਕਸ਼ਾ ਇਹੀ ਸੀ ਕਿ ਕਿਸੇ ਤਰੀਕੇ ਨਾਲ ਮਨ ਨੂੰ ਘੜਿਆ ਜਾਏ, ਮਤ ਨੂੰ ਘੜਿਆ ਜਾਏ, ਬੁੱਧ ਨੂੰ ਘੜਿਆ ਜਾਏ। ਹੁਣ ਉਸੇ ਦਾ ਹੀ ਵਿਸਥਾਰ ਇਸ ਇੱਕ ਹੀ ਪੌੜੀ ਵਿੱਚ, ਜਿਹੜੀ ਗੱਲ ਆਪ ਨੇ 37 ਪੌੜੀਆਂ ਵਿੱਚ ਆਖੀ ਏ, ਉਹਦਾ ਸਾਰ, ਉਸਦਾ ਤੱਤ ਇਸ 38ਵੀਂ ਪੌੜੀ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਵਰਣਨ ਕਰਦੇ ਨੇ। ਜੇ ਘੜਨਾ ਹੈ ਮਨ ਨੂੰ, ਤਾਂ ਕਿਹੜੀ ਟਕਸਾਲ ਵਿੱਚ ਘੜੀਏ, ਕਿੱਥੇ ਘੜੀਏ? ਘੜੀਏ ਸ਼ਬਦ ਸਚੀ ਟਕਸਾਲ। ਸ਼ਬਦ ਦੀ ਟਕਸਾਲ, ਸੱਚ ਦੀ ਜੋ ਟਕਸਾਲ ਹੈ, ਉੱਥੇ ਘੜਨਾ ਹੈ। ਭਾਵ ਜਿੱਥੇ ਸ਼ਬਦ ਦਾ ਉਚਾਰਨ ਹੈ, ਸ਼ਬਦ ਦਾ ਜਾਪ ਹੈ, ਸ਼ਬਦ ਦੀ ਵਿਆਖਿਆ ਹੈ, ਸ਼ਬਦ ਦਾ ਜਿੱਥੇ ਵਿਸਥਾਰ ਹੈ, ਸ਼ਬਦ ਹੀ ਸ਼ਬਦ ਹੈ ਜਿੱਥੇ, ਉਸ ਟਕਸਾਲ ਵਿੱਚ ਇਸ ਮਨ ਨੂੰ ਘੜਨਾ ਹੈ। ਭਾਵ ਸ਼ਬਦ ਦੀ ਟਕਸਾਲ ਸਤਸੰਗ ਵਿੱਚ ਇਸ ਮਨ ਨੂੰ ਘੜਨਾ ਹੈ। ਦੁਕਾਨ ਕਿਹੜੀ, ਹਥਿਆਰ ਕਿਹੜੇ, ਅਹਰਣ ਕਿਹੜਾ? ਫਿਰ ਅਗਨੀ ਤੋਂ ਬਿਨਾ ਢਾਲਣਾ ਤੇ ਘਾਲਣਾ ਬਹੁਤ ਔਖਾ ਹੈ, ਤੋ ਅਗਨੀ ਕਿਹੜੀ? ਇਸ ਸਭ ਕੁਝ ਦਾ ਵਿਸਥਾਰ ਗੁਰੂ ਬਾਬਾ ਜੀ ਇੰਜ ਕਰਦੇ ਨੇ। ਜਤ ਪਹਾਰਾ, ਪਹਾਰਾ ਸੁਨਿਆਰ ਦੀ ਦੁਕਾਨ, ਜਿੱਥੇ ਅਨੇਕਾਂ ਜ਼ੇਵਰ ਪਏ ਨੇ ਘੜੇ ਹੋਏ। ਸਾਹਿਬ ਕਹਿੰਦੇ ਨੇ, ਤੂੰ ਜਤ ਦੀ ਪਹਾਰਾ ਬਣਾ। ਭਾਵ ਆਪਣੇ ਪੰਜੇ ਇੰਦਰੀਆਂ ਨੂੰ ਕਾਬੂ ਵਿੱਚ ਰੱਖ। ਜਤ ਕੀ ਹੈ? ਸਹੀ ਵੇਖਣਾ, ਸਹੀ ਬੋਲਣਾ, ਸਹੀ ਸੁਣਨਾ, ਔਰ ਸੱਚ ਸੂੰਘਣਾ ਤੇ ਸੱਚ ਹੀ ਸਪਰਸ਼ ਕਰਨਾ ਤੇ ਸੱਚ ਨੂੰ ਹੀ ਸੋਚਣਾ। ਬਸ ਇਹ ਜਤ ਹੈ, ਬਾਕੀ ਕੋਈ ਜਤੀ ਨਹੀਂ ਜਗਤ ਵਿੱਚ। ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਭਗਤ ਕਬੀਰ ਜੀ ਮਹਾਰਾਜ। ਅਗਰ ਬਿੰਦ ਨੂੰ ਸਰੀਰ ਵਿੱਚ ਧਾਰਨ ਕਰਕੇ ਤੇ ਯਤਨਾਂ ਨਾਲ ਉਸ ਨੂੰ ਠਹਿਰਾਇਆ ਜਾਏ, ਤਾਂ ਭਗਤ ਕਬੀਰ ਕਹਿੰਦੇ ਨੇ ਖੁਸਰਾ ਵੀ ਫਿਰ ਜਤੀ ਹੈ, ਕਿਉਂਕਿ ਉਹ ਵੀ ਬਿੰਦ ਨੂੰ ਸਰੀਰ ਦੇ ਵਿੱਚ ਜੋ ਹੈ ਰੱਖ ਲੈਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਕਿ ਇਸ ਤਲ ਤੇ ਬਿੰਦ ਨੂੰ ਸਰੀਰ ਵਿੱਚ ਰੱਖਿਆ ਹੀ ਨਹੀਂ ਜਾ ਸਕਦਾ। ਅਨੇਕ ਜਤਨ ਕਰੇ ਬਿੰਦ, ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਜਾਈ। ਲਿਹਾਜ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ 'ਚ ਉਹ ਜਤੀ ਨਹੀਂ ਜੋ ਜਗਤ ਦੀ ਦ੍ਰਿਸ਼ਟੀ ਵਿੱਚ ਜਤੀ ਗਿਣਿਆ ਜਾਂਦਾ ਹੈ। ਗ੍ਰਸਤ ਦਾ ਤਿਆਗ ਕਰ ਦੇਣਾ, ਤੋ ਤਿਆਗ ਦਾ ਮਾਰਗ ਗੁਰੂ ਨਾਨਕ ਦਾ ਮਾਰਗ ਨਹੀਂ ਹੈ। ਤਿਆਗੀ ਭ੍ਰਸ਼ਟ ਹੋ ਸਕਦਾ ਹੈ, ਜਿਸ ਨੇ ਗ੍ਰਹਿਣ ਕੀਤਾ ਹੋਇਆ ਉਹਨੂੰ ਕੀ ਭ੍ਰਸ਼ਟ ਕਰੋਗੇ? ਇਸ ਵਾਸਤੇ ਯੋਗ ਭ੍ਰਸ਼ਟ ਸ਼ਬਦ ਸਾਡੇ ਦੇਸ਼ ਵਿੱਚ ਬੜਾ ਪ੍ਰਚਲਿਤ ਹੈ। ਫਲਾਣਾ ਯੋਗੀ ਭ੍ਰਸ਼ਟ ਹੋ ਗਿਆ, ਫਲਾਣਾ ਤਿਆਗੀ ਭ੍ਰਸ਼ਟ ਹੋ ਗਿਆ। ਪਰ ਜੋ ਕਿਰਤ ਕਰਦਾ ਹੈ ਤੇ ਜਿਹਦੇ ਕੋਲ ਧਨ ਹੈ, ਉਹਨੂੰ ਧਨ ਦੇ ਕੇ ਕਿਸ ਤਰ੍ਹਾਂ ਭ੍ਰਸ਼ਟ ਕਰੋਗੇ? ਜੋ ਗ੍ਰਸਤੀ ਹੈ ਤੇ ਜਿਹਦੀ ਕੋਲ ਨਾਰੀ ਹੈ, ਉਹਨੂੰ ਨਾਰੀ ਦਾ ਰੂਪ ਦਿਖਾ ਕੇ ਕਿਸ ਤਰ੍ਹਾਂ ਭ੍ਰਸ਼ਟ ਕਰੋਗੇ? ਇਸ ਵਾਸਤੇ ਗੁਰੂ ਨਾਨਕ ਦਾ ਮਾਰਗ ਉਹ ਮਾਰਗ ਹੈ, ਇਹਨੂੰ ਸਹੀ ਢੰਗ ਨਾਲ ਅਪਣਾਉਂਦਿਆਂ ਮਨੁੱਖ ਭ੍ਰਸ਼ਟ ਨਹੀਂ ਹੋ ਸਕਦਾ। ਭ੍ਰਸ਼ਟ ਤੇ ਉਹੀ ਹੋਵੇਗਾ ਜਿਹਨੇ ਤਿਆਗ ਕੀਤਾ ਹੈ, ਤੇ ਤਿਆਗ ਜਿਸ ਚੀਜ਼ ਦਾ ਕੀਤਾ ਉਸ ਦਾ ਲੋਭ ਦੇ ਕੇ, ਉਹਦਾ ਰੂਪ ਸੰਵਾਰ ਕੇ ਮਨੁੱਖ ਨੂੰ ਜੋ ਹੈ ਭ੍ਰਸ਼ਟ ਕੀਤਾ ਜਾ ਸਕਦਾ ਹੈ। ਔਰ ਅੱਜ ਤੱਕ ਇਸ ਤਰ੍ਹਾਂ ਦੇ ਤਿਆਗੀ ਭ੍ਰਸ਼ਟ ਹੁੰਦੇ ਆਏ ਨੇ ਔਰ ਹੁੰਦੇ ਰਹਿਣਗੇ। ਕਿਉਂ
ਕਿ ਇਹ ਪ੍ਰਕਿਰਤੀ ਦੇ ਨਿਯਮ ਤੋਂ ਉਲਟ ਗੱਲ ਹੈ। ਸਾਹਿਬ ਕਹਿੰਦੇ ਨੇ, ਜਤ ਦੀ ਤੂੰ ਪਹਾਰਾ ਬਣਾ, ਤੋ ਜਤ ਤੋਂ ਮੁਰਾਦ ਮਿਥਿਆ ਨਾਹੀ ਰਸਨਾ ਪਰਸ, ਮਨ ਮੇਂ ਪ੍ਰੀਤ ਨਿਰੰਜਨ ਦਰਸ। ਜ਼ਬਾਨ ਤੋਂ ਮਿਥਿਆ ਵਾਕ ਨਹੀਂ ਬੋਲਨੇ, ਜ਼ਬਾਨ ਨੂੰ ਕਾਬੂ 'ਚ ਰੱਖਣਾ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਜਿੱਥੇ ਮੇਰੇ ਬੋਲਣ ਤੋਂ ਬਿਨਾਂ ਕੰਮ ਚੱਲਦਾ ਹੋਵੇ ਉੱਥੇ ਮੈਨੂੰ ਹਰਗਿਜ਼ ਨਹੀਂ ਬੋਲਣਾ ਚਾਹੀਦਾ। ਉੱਥੇ ਮੇਰਾ ਬੋਲਣਾ ਸਮਝ ਲਓ ਜਤ ਦਾ ਤਿਆਗ ਹੈ, ਕਿਉਂਕਿ ਲੋੜ ਹੀ ਨਹੀਂ, ਕਿਸੇ ਨੂੰ ਲੋੜ ਹੀ ਨਹੀਂ। ਜਿੱਥੇ ਮੇਰੇ ਬੋਲਣ ਦੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ। ਪਰ ਜਿੱਥੇ ਮੈਂ ਦੇਖਾਂ ਕਿ ਵਗਰਬੀ ਨਮ ਕੇ ਨਾਬੀਨਾਓ ਚਾਹ ਅਸਤ, ਅਗਰ ਖਾਮੋਸ਼ ਬਨਸ਼ੀਨਮ ਗੁਨਾਹ ਅਸਤ। ਜਿੱਥੇ ਮੈਂ ਦੇਖਾਂ ਕਿ ਇੱਕ ਨਾਬੀਨ ਹੈ, ਇੱਕ ਅੰਧਾ ਹੈ ਤੇ ਉਹਦੇ ਅੱਗੋਂ ਖੂਹ ਹੈ, ਤੇ ਫਿਰ ਵੀ ਮੈਂ ਚੁੱਪ ਰਹਿ ਜਾਵਾਂ, ਮੇਰਾ ਚੁੱਪ ਰਹਿ ਜਾਣਾ ਇੱਕ ਗੁਨਾਹ ਹੋਵੇਗਾ, ਪਾਪ ਹੋਵੇਗਾ। ਉੱਥੇ ਮੈਨੂੰ ਬੋਲਣਾ ਚਾਹੀਦਾ ਹੈ, ਬਈ ਖੂਹ ਹੈ, ਐ ਖੂਹ ਹੈ, ਐ ਅੰਧੇ ਰੁਕ ਜਾ। ਪਰ ਬੰਦਾ ਸੁਜਾਖਾ ਹੈ, ਉਹਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ, ਤੇ ਫਿਰ ਮੈਂ ਰੋਲਾ ਪਾਵਾਂ ਬਈ ਅੱਗੋਂ ਖੂਹ ਹੈ, ਅੱਗੋਂ ਖੂਹ ਹੈ। ਇਹ ਮਿਥਿਆ ਬੋਲਣਾ ਹੈ, ਇਹ ਫਿਜ਼ੂਲ ਬੋਲਣਾ ਹੈ, ਇਹ ਜ਼ਿਆਦਾ ਬੋਲਣਾ ਹੈ। तो जति बंदा उतना ही बोलता है जितनी लोड़ है, ਉਹੀ ਸੁਣਦਾ ਹੈ ਜੋ ਜੀਵਨ ਲਈ ਲਾਭਕਾਰੀ ਹੈ। ਉਹੀ ਕੁਝ ਵੇਖਦਾ ਹੈ ਜਿਹਦੇ ਨਾਲ ਜ਼ਿੰਦਗੀ ਦੀ ਤਾਮੀਰ ਹੋਵੇ, ਔਰ ਉਹੀ ਕੁਝ ਸਪਰਸ਼ ਕਰਦਾ ਹੈ ਜਿਹਦੇ ਨਾਲ ਅਪਵਿੱਤਰਤਾ ਨਾ ਹੋਵੇ, ਔਰ ਉਹੀ ਕੁਝ ਸੋਚਦਾ ਹੈ ਜਿਹਦੇ ਨਾਲ ਸੋਚਣੀ ਬੁਲੰਦੀਆਂ ਨੂੰ ਛੂਵੇ, ਸੁਰਤ ਉੱਚੀ ਹੋਵੇ। ਜਤੀ ਦੇ ਇਹ ਲੱਛਣ ਨੇ। ਤਾਂ ਸਾਹਿਬ ਕਹਿੰਦੇ ਜਤ ਦੀ ਪਹਾਰਾ ਬਣਾਈ ਜਾਵੇ, ਸੁਨਿਆਰੇ ਦੀ ਦੁਕਾਨ, ਤੇ ਸੁਨਾਰਾ ਕੌਣ ਹੋਵੇ? ਧੀਰਜ ਸੁਨਿਆਰ। ਧੀਰਜ, ਇਹਨੂੰ ਸੁਨਿਆਰ ਬਣਾਇਆ ਜਾਵੇ। ਜਲਦਬਾਜ਼ੀ ਤੇ ਕਾਲੀ ਤਬੀਅਤ, ਇਹਦੇ 'ਚ ਮਨੁੱਖ ਦੇ ਕੋਲ ਅਨੇਕਾਂ ਭੁੱਲਾਂ ਆਉਂਦੀਆਂ ਨੇ। ਜਲਦਬਾਜ਼ੀ ਦੇ 'ਚ ਗਿਆਨ ਤੇ ਧਿਆਨ ਮਨੁੱਖ ਦਾ ਗਹਿਰਾ ਨਹੀਂ ਜਾਂਦਾ। ਜਲਦੀ ਜਲਦੀ 'ਚ ਅਕਸਰ ਦੇਖਿਆ ਗਿਆ ਹੈ ਮਨੁੱਖ ਕਾਫੀ ਕੁਝ ਭੁੱਲ ਜਾਂਦਾ ਹੈ। ਬਹੁਤ ਜਲਦੀ ਦੇ 'ਚ ਹੋਵੇ तो ਜ਼ਰੂਰੀ ਕਾਗਜ਼ਾਤ ਜਾਂ ਵਸਤੂਆਂ ਮਨੁੱਖ ਅਕਸਰ ਭੁੱਲ ਜਾਂਦੇ ਨੇ। ਕਾਰਨ ਕਿ ਜਲਦੀ ਦੇ 'ਚ ਧਿਆਨ ਮਨੁੱਖ ਦਾ ਗਹਿਰਾਈ ਦੇ 'ਚ ਨਹੀਂ ਜਾਂਦਾ। ਇਸ ਵਾਸਤੇ ਦੁਨੀਆ ਦੇ तमाम ਧਰਮ ਗ੍ਰੰਥਾਂ ਨੇ ਤੇ ਮਹਾਂਪੁਰਸ਼ਾਂ ਨੇ ਧੀਰਜ ਨੂੰ, ਠਹਿਰਾਵ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ, ਤੇ ਜਲਦਬਾਜ਼ੀ ਨੂੰ, ਕਾਹਲੀ ਤਬੀਅਤ ਨੂੰ ਅਕਸਰ ਆਖਿਆ ਹੈ ਕਿ ਇਹ ਦੈਂਤਾਂ ਦੇ ਲੱਛਣ ਨੇ। ਸਾਹਿਬ श्री गुरु गोबिंद सिंह जी महाराज दा ते बड़ा स्पष्ट रूप विच फरमान है कि जूदी बवद कार आहिर मना, जल्दबाजी करना शैताना दा काम है। शैतान ही करदे ने। क्यों कि जल्दबाजी विच कम दी गहराई विच मनुख झात मार नहीं सकेगा, लिहाजा उल्टा ही होवेगा, गलत होवेगा, अनर्थ होवेगा। तो धीरज नूं सुनियार बना। धीरज हर गल नूं ठहराव नाल, ध्यान दी इकाग्रता नाल, गहराई नाल, दूरदृष्टि नाल करना धीरज। महाराज ते कहने दे लम्मी नदर निहालिए। आसा दीवार दी बड़ी सुंदर पंक्ति है। ऐ बंदे कदम एक चल ते दृष्टि 100 कदमां ते रख, बे तेरा एक कदम आखिर पहुंचेगा किथे। तो मंजिल दी तरफ भी ध्यान रख। तो ये तां ही ध्यान रखिया जा सकदा है कि बंदे दे अंदर धीरज होवे। तो महाराज कहते जत दी होवे पहारा ते धीरज सुनियार होवे। घड़ना ते मन नूं है। हुण किवें घड़ी है? अहरण मत वेद हथियार। अहरण जेदे उत्ते रख के ते हथौड़ियां दी चोट नाल सुनियारा सोने नूं घड़दा है, ते कंचन ए सोना साडा हिरदा है, साडा मन है, पर है अनघड़ा। ते अनघड़ा काबले दीद नहीं होंदा, अनघड़ा खूबसूरत नहीं होंदा। साहिब कहते ने एहो मन सुंदर आपना, हर नाम मजीठे रंगरी। घड़िया होया मन ते परमात्मा दा रूप हो जांदा है। मन तू जोत स्वरूप है, अपना मूल पहचान। तो घड़िया होया मन भगवान है, अनघड़िया मन शैतान है। बस ये हकीकत है। तो अहरण मत, मत सोचन शक्ति, विचार शक्ति, इनू अहरण बना।
ਤੇ ਵੇਦ ਹਥਿਆਰ। ਵੇਦ ਇੱਥੇ ਇੱਕ ਵਚਨ ਹੈ, ਬਹੁਵਚਨ ਨਹੀਂ। ਅਗਰ ਬਹੁਵਚਨ ਹੁੰਦਾ ਤਾਂ ਵੇਦ ਦੇ ਅਰਥ ਸਨ 4 ਵੇਦ, ਪਰ ਚੂੰਕਿ ਦੱਦੇ ਥੱਲੇ ਔਂਕੜ ਹੈ ਤੇ ਇਹ ਇੱਕ ਵਚਨ ਹੈ, ਤਾਂ ਚੂੰਕਿ ਇੱਕ ਵਚਨ ਹੈ ਇਸ ਵਾਸਤੇ ਇਸ ਦਾ ਅਰਥ ਹੈ ਗਿਆਨ। ਅਹਰਣ ਮਤ ਵੇਦ ਹਥਿਆਰ। ਗਿਆਨ ਨੂੰ ਹਥੌੜਾ ਬਣਾ ਤੇ ਮਤ ਨੂੰ ਅਹਰਣ ਬਣਾ, ਧੀਰਜ ਨੂੰ ਸੁਨਿਆਰ ਬਣਾ ਤੇ ਜਤ ਸਤ ਨੂੰ ਪੁਹਾਰਾ ਬਣਾ, ਸੁਨਿਆਰੇ ਦੀ ਦੁਕਾਨ ਬਣਾ। ਹੋਰ ਅਗਨ ਕਿਹੜੀ ਹੋਵੇ, ਕੁਠਾਲੀ ਕਿਹੜੀ ਹੋਵੇ, ਤੇ ਢਾਲਣਾ ਕਿਸ ਤਰ੍ਹਾਂ ਹੈ, ਘੜਨਾ ਕਿਸ ਤਰ੍ਹਾਂ ਹੈ, ਤਾਂ ਸਤਿਗੁਰੂ ਅੱਗੇ ਦੱਸਦੇ ਨੇ ਭਉ ਖਲਾ ਅਗਨ ਤਪਤਾਓ। ਪੁਰਾਣੀ ਕੁਠਾਲੀ ਜਿਹਦੇ ਚ ਕੋਲੇ ਪਾ ਕੇ ਤੇ ਧੌਂਕੜੀ ਦੇ ਨਾਲ ਹਵਾ ਦੇ ਕੇ ਕੋਇਲਿਆਂ ਦੇ ਚ ਅਗਨ ਨੂੰ ਪ੍ਰਜੁਲਿਤ ਕੀਤਾ ਜਾਂਦਾ ਸੀ, ਭੜਕਾਇਆ ਜਾਂਦਾ ਸੀ। ਤਾਂ ਉਹ ਧੌਂਕੜੀ ਉਹ ਤੂੰ ਕਿਹੜੀ ਬਣਾਣੀ ਹੈ? ਤਾਂ ਸਾਹਿਬ ਕਹਿੰਦੇ ਨੇ ਭਉ ਖੱਲਾ, ਧੌਂਕੜੀ ਬਣਾ ਤੂੰ ਭਉ ਦੀ। ਦਰਅਸਲ ਜਿੱਥੇ ਪਰਮਾਤਮਾ ਦਾ ਭੈ ਨਹੀਂ ਉੱਥੇ ਜਗਤ ਦਾ ਭੈ ਹੋਵੇਗਾ। ਜਿੱਥੇ ਪਰਮਾਤਮਾ ਦਾ ਭੈ ਨਹੀਂ ਹਕੀਕਤ ਹੈ ਉੱਥੇ ਧੀਰਜ ਨਹੀਂ ਹੋ ਸਕਦਾ, ਔਰ ਜਿੱਥੇ ਪਰਮਾਤਮਾ ਦਾ ਭੈ ਨਹੀਂ ਉੱਥੇ ਭਾਵ ਨਹੀਂ ਹੋ ਸਕਦਾ, ਔਰ ਜਿੱਥੇ ਭੈ ਨਹੀਂ ਉੱਥੇ ਭਗਤੀ ਤੇ ਕੋਸੋਂ ਦੂਰ ਹੈ। ਭੈ ਬਿਨ ਭਗਤ ਨਾ ਹੋਵਈ, ਜੇ ਅਨੇਕ ਕਰੇ ਸਿੰਗਾਰ। ਪਰ ਇੱਕ ਹਕੀਕਤ ਹੈ, ਜਗਤ ਮੈਲਾ ਹੈ, ਜਗਤ ਦਾ ਭੈ ਵੀ ਮੈਲਾ ਹੈ। ਪਰਮਾਤਮਾ ਨਿਰਮਲ ਹੈ, ਸਵੱਛ ਹੈ, ਉਸ ਦਾ ਭੈ ਵੀ ਨਿਰਮਲ ਹੈ, ਸਵੱਛ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਅਸੀਂ ਰਾਮ ਦੇ ਗੁਣ ਗਾਉਂਦਿਆਂ ਗਾਉਂਦਿਆਂ ਨਿਰਮਲ ਭਉ ਨੂੰ ਪ੍ਰਾਪਤ ਹੋ ਗਏ ਹਾਂ, ਔਰ ਜਿਸ ਦਿਨ ਦਾ ਨਿਰਮਲ ਭੈ ਪ੍ਰਾਪਤ ਹੋਇਆ ਹਿਰਦਾ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ। ਜਗਤ ਦਾ ਭੈ ਹਿਰਦੇ ਨੂੰ ਮੈਲਾ ਰੱਖਦਾ ਹੈ, ਪਰਮਾਤਮਾ ਦਾ ਭੈ ਹਿਰਦੇ ਨੂੰ ਨਿਰਮਲ ਕਰ ਛੱਡਦਾ ਹੈ। ਸਿਰਫ ਨਿਰਮਲ ਹੀ ਨਹੀਂ ਕਰਦਾ ਬਲਕਿ ਜਗਤ ਦੇ ਸਾਰੇ ਭੈ ਵੀ ਮਿਟ ਜਾਂਦੇ। ਨਿਰਭਉ ਜਪੇ ਸਗਲ ਭਉ ਮਿਟੇ। ਜਗਤ ਦੇ ਸਾਰੇ ਭੈ ਮਿਟ ਜਾਂਦੇ ਨੇ, ਜਗਤ ਦੇ ਸਾਰੇ ਡਰ ਦੂਰ ਹੋ ਜਾਂਦੇ ਨੇ। ਐਸਾ ਮਨੁੱਖ ਨਿਰਭਉ ਹੋ ਕੇ ਵਿਚਰਦਾ ਹੈ, ਨਿਰਭਉ ਹੋ ਕੇ ਜੀਵਦਾ ਹੈ, ਕਿਉਂਕਿ ਸਾਰਿਆਂ ਦੇ ਵਿੱਚ ਉਸ ਨੂੰ ਫਿਰ ਆਪਣੀ ਹੀ ਅੰਸ਼ ਦਿਖਾਈ ਦਿੰਦੀ ਹੈ। ਤੋ ਸਾਹਿਬ ਕਹਿੰਦੇ ਨੇ ਧੌਂਕੜੀ ਬਣਾਵੇ ਭਾਉ ਦੀ। ਭਾਵ ਪ੍ਰਮਾਤਮਾ ਦੇ ਭੈ ਦੀ, ਕਾਨੂੰਨ ਦੀ, ਨੀਤੀ ਦੀ, ਪੁਲਿਸ ਦੀ, ਔਰ ਇਹ ਬੜੀਆਂ ਬੜੀਆਂ ਤੋਪਾਂ ਤੇ ਤਲਵਾਰਾਂ ਦੀ ਇਸ ਵਾਸਤੇ ਲੋੜ ਪੈ ਗਈ ਕਿ ਪ੍ਰਮਾਤਮਾ ਦਾ ਭੈ ਨਹੀਂ। ਜਿਸ ਦਿਨ ਹਰ ਮਨੁੱਖ ਪ੍ਰਮਾਤਮਾ ਦੇ ਭੈ ਦੇ ਜੀਣ ਲੱਗ ਪਿਆ, ਉਸ ਦਿਨ ਜ਼ਮੀਨ ਤੇ ਜੇਲਖਾਨੇ ਨਹੀਂ ਰਹਿਣਗੇ, ਪੁਲਿਸ ਨਹੀਂ ਰਹੇਗੀ, ਅਦਾਲਤਾਂ ਨਹੀਂ ਰਹਿਣਗੀਆਂ, ਹਥਿਆਰ ਨਹੀਂ ਰਹਿਣਗੇ, ਤੋਪਾਂ ਨਹੀਂ ਰਹਿਣਗੀਆਂ, ਕਿਉਂਕਿ ਪ੍ਰਮਾਤਮਾ ਦੇ ਭੈ ਨੇ ਹਿਰਦਾ ਇਤਨਾ ਸਵੱਛ ਕਰ ਦੇਣਾ ਹੈ, ਉਹ ਆਪਣਾ ਹੱਕ ਕਿਸੇ ਨੂੰ ਦੇਵੇਗਾ ਨਹੀਂ, ਪਰ ਕਿਸੇ ਦਾ ਹੱਕ ਉਸਨੇ ਖੋਣਾ ਵੀ ਨਹੀਂ। ਤਾਂ ਅਦਾਲਤਾਂ ਦੀ ਕੀ ਲੋੜ, ਕਾਨੂੰਨ ਦੀ ਕੀ ਲੋੜ? ਕਿਉਂਕਿ ਪ੍ਰਮਾਤਮਾ ਦਾ ਭੈ ਹੈ ਨਹੀਂ ਤੇ ਸਿਰਫ ਭੈ ਹੈ ਜਗਤ ਦਾ, ਤੇ ਜਗਤ ਮੈਲਾ ਹੈ, ਜਗਤ ਦਾ ਭੈ ਮੈਲਾ ਹੈ। ਇਹ ਆਪਣਾ ਹੱਕ ਤੇ ਖੋਂਦਾ ਹੈ, ਪਰਾਇਆ ਹੱਕ ਵੀ ਖੋਂਦਾ ਹੈ। ਆਪਣੇ ਹੱਕ ਨੂੰ ਤੇ ਦਬਾ ਕੇ ਰੱਖਦਾ ਹੈ, ਪਰ ਦੂਜੇ ਦਾ ਵੀ ਖੋ ਲੈਂਦਾ ਹੈ। ਤਾਂ ਪੁਲਿਸ ਦੀ ਲੋੜ ਪੈ ਗਈ, ਤੋਪਾਂ ਦੀ ਲੋੜ ਪੈ ਗਈ, ਮਿਲਟਰੀ ਦੀ ਲੋੜ ਪੈ ਗਈ, ਅਦਾਲਤਾਂ ਦੀ ਲੋੜ ਪੈ ਗਈ। ਔਰ ਇਸ ਸਭ ਕੁਝ ਦੀ ਹੋਂਦ ਨੇ ਯਕੀਨ ਜਾਣੋ ਮਨੁੱਖੀ ਦੁਨੀਆ ਨੂੰ ਨਰਕ ਬਣਾ ਕੇ ਰੱਖਿਆ ਹੈ, ਧਰਤੀ ਨੂੰ ਨਰਕ ਬਣਾ ਕੇ ਰੱਖਿਆ ਹੈ। ਧਰਤੀ ਉਸ ਦਿਨ ਸਵਰਗ ਬਣੇਗੀ ਜਿਸ ਦਿਨ ਇਹ ਸਭ ਕੁਝ ਖਤਮ ਹੋਵੇਗਾ, ਤੇ ਇਹ ਸਭ ਕੁਝ ਤਾਂ ਖਤਮ ਹੋਵੇਗਾ ਕਿ ਮਨੁੱਖ ਪ੍ਰਮਾਤਮਾ ਦੇ ਭੈ ਵਿੱਚ ਜੀਉਣਾ ਸ਼ੁਰੂ ਕਰੇ ਤੇ ਪ੍ਰਮਾਤਮਾ ਨੂੰ ਹੀ ਰਾਜਾ ਮੰਨ ਲਵੇ। ਜੈਸੇ ਕਿ ਭਗਤ ਕਬੀਰ ਕਹਿੰਦੇ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਰਿਵਾਜ। ਕੇਵਲ ਪ੍ਰਮਾਤਮਾ ਹੀ ਰਾਜਾ ਹੈ, ਇੱਕੋ ਹੀ ਉਹ ਰਾਜਾ ਹੈ, ਔਰ ਉਸ ਇੱਕ ਰਾਜੇ ਦਾ ਮੈਂ ਭੈ ਆਪਣੇ ਅੰਦਰ ਧਾਰਨ ਕੀਤਾ ਹੈ। ਪਾਵਨ ਹੋ ਗਿਆ, ਪਵਿੱਤਰ ਹੋ ਗਿਆ, ਹੁਣ ਮੈਂ ਕਿਸੇ ਦਾ ਹੱਕ ਨਹੀਂ ਖੋਂਦਾ ਔਰ ਆਪਣੇ ਹੱਕ ਤੇ ਹੀ ਕਾਇਮ ਹਾਂ। ਤੋ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਜਿਹੜਾ ਭੈ ਹੈ ਇਹਦੀ ਬਣਾਵੇ ਧੌਂਕੜੀ। ਤੇ ਅੱਗ ਕਿਹੜੀ ਹੋਵੇ, ਕੋਲੇ ਕਿਹੜੇ ਹੋਣ, ਅਗਨੀ ਕਿਹੜੀ ਹੋਵੇ, ਅਗਨ ਤਪ ਤਾਓ, ਤਪ ਦੀ ਅਗਨ। ਅੰਮ੍ਰਿਤ ਵੇਲੇ ਉੱਠਣਾ ਤਪ ਹੈ।
ਵਾਹਿਗੁਰੂ ਵਾਹਿਗੁਰੂ ਦਾ ਜਾਪ ਤਪ ਹੈ, ਸੇਵਾ ਤਪ ਹੈ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਗਰਜ਼ ਕੇ ਜਿਤਨੀ ਵੀ ਧਾਰਮਿਕ ਸਾਧਨਾ ਹੈ ਇਹਨੂੰ ਕਹਿੰਦੇ ਨੇ ਤਪ। ਤੇ ਤਪ ਦੀ ਹੀ ਜੋ ਅਗਨ ਹੈ ਵਾਸਤਵਿਕ ਉਹੀ ਬ੍ਰਹਮ ਅਗਨ ਹੈ, ਵਾਸਤਵਿਕ ਉਹੀ ਪ੍ਰਮਾਤਮਾ ਦੀ ਅਗਨ ਹੈ, ਜਿਸ ਦਾ ਜ਼ਿਕਰ ਭਗਤ ਕਬੀਰ ਨੇ ਕੀਤਾ ਹੈ। ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੈ ਚੋੜ ਸਿਧਾਇਆ। ਜਿਹਨੂੰ ਯੋਗੀਆਂ ਨੇ ਯੋਗਾ ਅਗਨ ਕਰਕੇ ਆਖਿਆ, ਇਹ ਹਕੀਕਤ ਹੈ, ਬਹੁਤ ਵੱਡੀ ਸਚਾਈ ਹੈ ਕਿ ਜਗਤ ਦੀ ਜੋ ਸ਼ਕਤੀ ਹੈ ਉਹ ਅਗਨੀ ਹੈ। ਅਗਰ ਸੂਰਜ ਠੰਡਾ ਪੈ ਜਾਏ तो सब कुछ ठंडा पै जाएगा। ब्रह्म अग्नि दरअसल वो अग्न है जो निर्मल है, स्वच्छ है, शीतल है ते परम प्रकाश ते परम आनंद देने वाली है। तो साहब कहते ने भै दी बनावे ये धौंकड़ी ते तप ताओ तप दी अग्न पैदा करे। अमृत वेले उठे, जप करे, तप करे, नितनेम करे, सेवा करे, दान करे, पुण्य करे, ਇਹ ਸਾਰੀ ਦੀ ਸਾਰੀ ਸਾਧਨਾ ਨੂੰ ਤਪ ਕਹਿੰਦੇ ਨੇ। ਔਰ ਇਹਦੇ ਨਾਲ ਅਗਨੀ ਵੱਧਦੀ ਏ, ਬ੍ਰਹਮ ਅਗਨ ਵੱਧਦੀ ਏ, ਪ੍ਰਕਾਸ਼ ਵੱਧਦਾ ਹੈ, ਚਾਨਣਾ ਵੱਧਦਾ ਹੈ। ਤੋ ਭਉ ਖਲਾ ਅਗਨ ਤਬ ਤਾਓ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਕੁਠਾਲੀ ਕਿਹੜੀ ਹੋਵੇ ਜਿਹਦੇ ਚ ਢਾਲਣਾ ਹੈ, ਇਸ ਮਨ ਨੂੰ ਢਾਲਣਾ ਹੈ। ਆਖਰ ਭਾਂਡਾ ਕਿਹੜਾ ਹੈ, ਕੁਠਾਲੀ ਕਿਹੜੀ ਹੈ? ਸੁਨਾਰੇ ਦੀ ਇੱਕ ਕੁਠਾਲੀ ਜਿਹਦੇ ਚ ਉਹ ਅੱਗ ਬਾਲਦਾ ਹੈ ਤੇ ਉਹਦੇ ਚ ਸੋਨੇ ਦੀ ਡਲੀ ਨੂੰ ਰੱਖ ਕੇ ਉਹ ਫਿਰ ਢਾਲਦਾ ਹੈ। ਤੋ ਸਾਹਿਬ ਇੱਥੇ ਕਹਿੰਦੇ ਨੇ ਭਾਂਡਾ ਭਾਵ ਦਾ ਹੋਵੇ, ਧੌਂਕੜੀ ਭਾਵ ਦੀ ਤੇ ਭਾਂਡਾ ਭਾਵ ਦਾ। ਭਾਵ ਭਾਵ ਪ੍ਰੇਮ। ਸਾਹਿਬ ਕਹਿੰਦੇ ਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਾਵ ਧਾਰਮਿਕ ਦੁਨੀਆ ਦਾ ਮੂਲ ਗੁਣ ਹੈ, ਬੁਨਿਆਦੀ ਗੁਣ ਹੈ, ਇੰਜ ਕਹਿ ਲੋ ਫਲ ਹੈ। ਭਾਵ ਤੱਕ ਪਹੁੰਚਿਆ ਹੋਇਆ ਮਨੁੱਖ ਹੀ ਭਗਵਾਨ ਤੱਕ ਪਹੁੰਚਦਾ ਹੈ। ਹੋ ਸਕਦਾ ਹੈ ਗਿਆਨ ਤੱਕ ਪਹੁੰਚਿਆ ਹੋਇਆ, ਜਤ ਤੱਕ ਪਹੁੰਚਿਆ ਹੋਇਆ, ਭੈ ਤੱਕ ਪਹੁੰਚਿਆ ਹੋਇਆ ਵੀ ਬੰਦਾ ਉਰਾਰ ਰਹਿ ਜਾਏ, ਪਰ ਭਾਵ ਤੱਕ ਪਹੁੰਚਿਆ ਹੋਇਆ ਬੰਦਾ ਉਰਾਰ ਨਹੀਂ ਰਹਿੰਦਾ। ਉਹ ਤੇ ਭਗਵਾਨ ਦੇ ਦੁਆਰ ਤੇ ਪਹੁੰਚ ਜਾਂਦਾ ਹੈ। ਪਰ ਭਾਵ ਤਾਂ ਪੈਦਾ ਹੋਵੇਗਾ ਜੇ ਭੈ ਹੋਵੇ, ਤੇ ਭੈ ਤਾਂ ਪੈਦਾ ਹੋਵੇਗਾ ਜੇ ਵੇਦ ਹੋਵੇ, ਵਿਦਿਆ ਹੋਵੇ, ਗਿਆਨ ਹੋਵੇ, ਤੇ ਗਿਆਨ ਤਾਂ ਪੈਦਾ ਹੋਵੇਗਾ ਜੇ ਧੀਰਜ ਹੋਵੇ, ਕਿਉਂਕਿ ਜਲਦਬਾਜ਼ ਬੰਦੇ ਕੋਲ ਗਿਆਨ ਨਹੀਂ ਹੋ ਸਕਦਾ। ਕਾਲੀ ਤਬੀਅਤ ਵਾਲਾ ਜੋ ਮਨੁੱਖ ਹੈ ਉਹਦੇ ਕੋਲ ਵਿਚਾਰ ਨਹੀਂ ਹੋਵੇਗੀ, ਉਹਦੇ ਕੋਲ ਸੂਝ ਸਮਝ ਨਹੀਂ ਹੋਵੇਗੀ, ਉਹਦੇ ਕੋਲ ਗਿਆਨ ਨਹੀਂ ਹੋਵੇਗਾ। ਤੋ ਇਹ ਸਪਸ਼ਟ ਹੈ ਕਿ ਜਿੱਥੇ ਭਾਵ ਹੈ ਉੱਥੇ ਭਉ ਹੈ, ਜਿੱਥੇ ਭਉ ਹੈ ਉੱਥੇ ਗਿਆਨ ਹੈ, ਔਰ ਜਿੱਥੇ ਗਿਆਨ ਹੈ ਉੱਥੇ ਧੀਰਜ ਹੈ, ਔਰ ਜਿੱਥੇ ਧੀਰਜ ਹੈ ਉੱਥੇ ਹੀ ਜਤ ਹੈ। ਜਤ ਤੋਂ ਧੀਰਜ ਦਾ ਜਨਮ ਹੋਇਆ, ਧੀਰਜ ਤੋਂ ਗਿਆਨ ਦਾ ਜਨਮ ਹੋਇਆ, ਗਿਆਨ ਤੋਂ ਭਉ ਦਾ ਜਨਮ ਹੋਇਆ, ਤੇ ਭਉ ਨੇ ਬਾਕਾਇਦਾ ਭਾਵ ਨੂੰ ਜਨਮ ਦਿੱਤਾ, ਤੇ ਭਾਵ ਨੇ ਮਨੁੱਖ ਦੀ ਸੁਰਤ ਨੂੰ ਇੱਕਦਮ ਭਗਵਾਨ ਦੇ ਦੁਆਰੇ ਤੇ ਪਹੁੰਚਾ ਦਿੱਤਾ, ਪਰਮਾਤਮਾ ਦੇ ਦੁਆਰੇ ਤੇ ਪਹੁੰਚਾ ਦਿੱਤਾ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਇਹਦੇ ਵਿੱਚ ਹੀ ਅੰਮ੍ਰਿਤਮਈ ਆਪਣੇ ਮਨ ਨੂੰ ਢਾਲ ਤੋਂ ਭਾਵਨਾ ਦਾ ਭਾਂਡਾ ਬਣਾ ਕੇ, ਭਾਵਨਾ ਦੀ ਕੁਠਾਲੀ ਬਣਾ ਕੇ, ਘੜੀਏ ਸ਼ਬਦ ਸਚੀ ਟਕਸਾਲ। ਇਸ ਤਰ੍ਹਾਂ ਸੱਚ ਦੀ ਟਕਸਾਲ ਵਿੱਚ, ਸ਼ਬਦ ਦੀ ਟਕਸਾਲ ਵਿੱਚ ਆਪਣੇ ਮਨ ਨੂੰ ਜੋ ਹੈ ਤੂੰ ਘੜ, ਔਰ ਐਸਾ ਘੜ ਕਿ ਮਨ ਹੀ ਜੋਤ ਸਰੂਪ ਹੋ ਜਾਏ, मन ही परमात्मा हो जाए। मन तू जोत स्वरूप है, अपना मूल पछाण। धर्म दी सारी साधना मन दी साधना है। मम्मा मन स्यों काज है, मन साधे सिद्ध होए। मन ही मन स्यों कहे कबीरा, मन सा मिलिया न कोय। पर महाराज कहते ने ये काम कौन करदे ने? इस तरह सच दी शब्द दी टकसाल विच अपने मन नूं कौन घड़दे ने? जिनको नदर करम तिनकार। ए कार ए कम ओ करदे ने जिन्हां दे उत्ते परमात्मा दी दृष्टि है, जिन्हां दे उत्ते परमात्मा दी निगाह है। कोई मनुख किसी बहुत वड्डे मनुख दी निगाह थले आ जाए तो वड्डे मनुख दी निगाह थले आउंदियां ही ओ वड्डा हो जांदा है, ते जिहड़ा परमात्मा दी निगाह थले आ जाए ओ ते इतना वड्डा हो जाएगा उसदा कोई मुकाबला ही नहीं। इस वास्ते अक्सर प्रार्थना विच यही आखिया जांदा है, हे प्रभु तू नदर सवली कर,
ਤੂੰ ਆਪਣੀ ਮਿਹਰ ਦੀ ਨਿਗਾਹ ਕਰ। ਤੋ ਮਿਹਰ ਦੀ ਨਿਗਾਹ ਤੋਂ ਮੁਰਾਦ ਇਹ ਹੈ ਕਿ ਤੂੰ ਆਪਣੀ ਨਿਗਾਹ ਦੇ ਥੱਲੇ ਰੱਖ, ਉਹਦੀ ਨਿਗਾਹਾਂ ਦੇ ਤੇ ਮਿਹਰ ਹੀ ਮਿਹਰ ਹੈ, ਉਹਦੀ ਨਿਗਾਹ ਦੇ ਤੇ ਅੰਮ੍ਰਿਤ ਹੀ ਅੰਮ੍ਰਿਤ ਹੈ, ਉਹਦੀ ਨਿਗਾਹ ਦੇ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਪਰ ਸਿਰਫ ਇਤਨਾ ਹੈ ਕਿ ਕੋਈ ਉਸ ਦੀ ਨਿਗਾਹ ਦੇ ਥੱਲੇ ਆ ਜਾਏ। ਜਿਹੜਾ ਉਸ ਦੀ ਨਿਗਾਹ ਦੇ ਥੱਲੇ ਆ ਗਿਆ ਹੈ, ਪਹਿਚਾਣ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਇੱਕ ਕੰਮ ਹੋਵੇਗਾ ਕਿ ਉਹ ਆਪਣਾ ਮਨ ਘੜਨ ਲੱਗ ਪਏਗਾ। ਜਿਨ ਕੋ ਨਦਰ ਕਰਮ ਤਿਨਕਾਰ, ਤੇ ਜਿਹਦੇ ਤੇ ਬਖਸ਼ਿਸ਼ ਹੋ ਗਈ, ਜਿਹਦੇ ਤੇ ਨਿਗਾਹ ਹੋ ਗਈ, ਉਸਨੇ ਇਹ ਕੰਮ ਆਰੰਭ ਦਿੱਤਾ, ਤੇ ਫਿਰ ਫਲ ਕੀ ਹੋਵੇਗਾ, ਅੰਜਾਮ ਕੀ ਹੋਵੇਗਾ? ਸਾਹਿਬ ਕਹਿੰਦੇ ਨਾਨਕ ਨਦਰੀ ਨਦਰ ਨਿਹਾ। ਫਿਰ ਉਹ ਕਾਰ ਕਰਦਿਆਂ ਹੋਇਆਂ ਇਸ ਢੰਗ ਦੀ ਉਸ ਦੇ ਉੱਤੇ ਨਜ਼ਰ ਹੋ ਜਾਏਗੀ ਕਿ ਨਿਹਾਲ ਹੋ ਜਾਏਗਾ, ਨਿਹਾਲ ਹੋ ਜਾਏਗਾ, ਮਹਾਨ ਹੋ ਜਾਏਗਾ। ਔਰ ਇਹ ਨਿਹਾਲ ਹੋਣਾ ਵਿਆਖਿਆ ਤੋਂ ਪਰੇ ਹੈ, ਇਹ ਨਿਹਾਲ ਹੋਣਾ ਕਥਨ ਤੋਂ ਪਰੇ ਹੈ। ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਆ ਗਿਆ, परमात्मा वर्गा हो गया, ईश्वर वर्गा हो गया, अकाल पुरख वर्गा हो गया। तो धर्म दी सारी साधना इस वास्ते है कि किसी तरीके नाल मनुख परमात्मा दी निगाह दा पात्र बन जाए, ओदे नजरे कर्म दा जो है पात्र बन जाए। इस वास्ते देखा गया है कि परमात्मा सिर्फ दृष्टि ही करदा है ते उसदी दृष्टि ही बोलना है। ये तो ठीक है कि अजे असी जबान दी भाषा समझदे हां, अख दी भाषा नहीं समझते, लेकिन कुछ ऐसा भी है जो जबान बयान नहीं कर सकती, अखां कह देंदियां। अख बहुत कुछ कह देंदी है, कहंदे प्रेम नूं जबान बयान नहीं कर सकती, लेकिन अख बयान कर देंदी है। इसे तरीके नाल बहुता क्रोध होवे ते जबान लड़खड़ा जांदी है, ते जबान बयान नहीं कर सकती, पर अखां बयान कर देंदियां। अखां जो है दस देंदियां ने। वो जिहड़ा परिपूर्ण परमात्मा है, बस उसदी निगाह दे विच अमृत ही अमृत है, ओदी निगाह दे विच मेहरबानी ही मेहरबानी है, चानना ही चानना है। और ओदी निगाह दे थल्ले सारे ने। फर्क सिर्फ इतना है कि ओदी निगाह साडे ते ना पवे। अक्सर मनुख एक बुरका ओढ़ लैंदा है, पर्दे दे चला जांदा है। धर्म दी सारी साधना इस वास्ते ऐ बंदे तू अपना ये पर्दा एक पासे रख, ताकि पूर्ण रूप दे विच परमात्मा दी निगाह दा तू पात्र बन जावें, ओदी दृष्टि दा तू पात्र बन जावें। ते जैसे उसदी दृष्टि दे थल्ले तू आया, तू निहाल 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 हो जाएगा। जपजी साहब दा ये सार है 38वीं पौड़ी, जिहदे सतगुरुदेव जी महाराज ने मूल गल कह दिती भी जिथे जत होवेगा उत्थे धीरज होवेगा, और जिथे धीरज होवेगा उत्थे ज्ञान होवेगा, जिथे ज्ञान होवेगा उत्थे परमात्मा दा भय होवेगा, जिथे भय होवेगा उत्थे भाव होवेगा, और जिथे भाव होवेगा उत्थे भगवान आप होवेगा। उत्थे जपजी अकाल पुरख दी तरफों होया गुरु नानक देव जी महाराज दे उत्ते पहला उद्घोष है, जिसनू कहंदे ने अलहाम, जिसनू कहंदे ने आकाशबाणी। वही नदी दे चुब्बी ला के जद मेरे पातशाह तीसरे दिन कब्रिस्तान विच प्रगट होए ने, तां आप दी रसना तो जिहड़े बोल निकले ने वो जपजी है। यही अमर कलाम है, और यही जगत लई ओ जीना है जिस दे उत्ते चढ़ के मनुख ने पहुंचना है सच खंड वसे निरंकार। इसकी इतनी वड्डी महिमा है कि गुरु अमरदास जी महाराज फरमान करते ने, जो जपजी साहब दा पाठ निता प्रति करदा है, दुख दलिदर कल कलेश भूत प्रेत उस तो हमेशा ही दूर रहेंगे। श्री मुख ते तब उत्तर कहो, प्रेत लगयो जै सिक्को लयो, सोने पढ़त होत जप रसना, जिन्हू कंठ तिन पर कछ बसना। गुरु अमरदास जी महाराज दा फरमान, जिन्हू जपजी कंठ है ओदे नेड़े भूत प्रेत नहीं, जिन्हू जपजी कंठ है ओदे नेड़े दुख ते तकलीफ नहीं, जिन्हू जपजी कंठ है उसे कोल ही परम आनंद है, उसे कोल ही परम रस है। रहत नामियां दे बानी ऐसा लिखदे ने, बिन जप जाप जिहवे जो प्रसाद, सो बिष्टा का किरम होए जन्म गवावे बाद। फरमान रहत नामे दा कि बिना जपजी साहब दे पाठ तो जो अन्न पानी ग्रहण कर लेंदा है, ऐसा सिख मर के बिष्टा दा कीड़ा ही बनता है, और जिंदगी अपनी फिजूल गवा बैठता है, व्यर्थ गवा बैठता है।
ਜਪਜੀ ਸਾਹਿਬ ਜ਼ਿੰਦਗੀ ਨੂੰ ਸਾਰਥਕ ਕਰਦੀ ਹੈ। ਜਪਜੀ ਸਾਹਿਬ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਹੈ, ਮਾਲਕ ਬਣਾ ਦਿੰਦੀ ਹੈ। ਜਪਜੀ ਸਾਹਿਬ ਨਾਲ ਜੋੜ ਦਿੰਦੀ ਹੈ। ਵਾਕਈ ਇਸ ਬਾਣੀ ਦੇ ਨਾਲ ਜੋ ਸਿੱਖ ਜਗਤ ਨੇ ਸਾਹਿਬ ਸ਼ਬਦ ਜੋੜਿਆ ਹੈ, ਬੜਾ ਕੀਮਤੀ ਹੈ। ਜਪਜੀ ਸਾਹਿਬ, ਕਿਉਂਕਿ ਜਪਜੀ ਹੀ ਸਾਹਿਬ ਤੱਕ ਮਿਲਣ ਦਾ ਵਸੀਲਾ ਹੈ, ਜਪਜੀ ਹੀ ਸਾਹਿਬ ਨਾਲ ਜੁੜਨ ਦਾ ਸਾਧਨ ਹੈ, ਤੇ ਜਪਜੀ ਹੀ ਸਾਹਿਬ ਦੇ ਜੋੜ ਕੇ ਮਨੁੱਖ ਨੂੰ ਸਾਹਿਬ ਬਣਾ ਦਿੰਦੀ ਹੈ, ਮਾਲਕ ਬਣਾ ਦਿੰਦੀ ਹੈ। ਫਿਰ ਮਨੁੱਖ ਗੁਲਾਮ ਨਹੀਂ ਰਹਿ ਜਾਂਦਾ, ਫਿਰ ਤੇ ਬਾਦਸ਼ਾਹ ਹੋ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਕੌਣ ਹੁੰਦਾ ਹੈ? ਜਿਹੜੇ ਇਹ ਗੁਣ ਮੇਰੇ ਪਾਤਸ਼ਾਹ ਨੇ ਇਸ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਵਿੱਚ ਵਰਣਨ ਕਰ ਦਿੱਤੇ ਨੇ। ਇਸ ਤੋਂ ਅੱਗੇ ਜੋ ਹੈ ਉਹ ਸ਼ਲੋਕ ਹੈ, ਪੌੜੀ ਨਹੀਂ। ਅਖੀਰਲੀ ਪੌੜੀ ਵਿੱਚ ਜਿਹੜੇ ਗੁਣ ਵਰਣਨ ਕਰ ਦਿੱਤੇ ਨੇ, ਜਪਦਿਆਂ ਜਪਦਿਆਂ ਇਹ ਗੁਣ ਜਿਸ ਦੇ ਕੋਲ ਆ ਗਏ, ਜੋ ਜਤੀ ਹੈ, ਜੋ ਧੀਰਜਵਾਨ ਹੈ, ਜੋ ਪ੍ਰਮਾਤਮਾ ਦਾ ਭੈ ਆਪਣੇ ਅੰਦਰ ਰੱਖਦਾ ਹੈ, ਤੇ ਜਿਹਦੇ ਅੰਦਰ ਪ੍ਰਮਾਤਮਾ ਦਾ ਭਾਵ ਹੈ, ਤੇ ਜਿਹਦੇ ਕੋਲ ਪ੍ਰਮਾਤਮਾ ਦਾ ਗਿਆਨ ਹੈ, ਸਮਝ ਲਓ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਗਿਆ। ਬਾਦਸ਼ਾਹ ਵੀ ਉਸ ਦੀ ਗੁਲਾਮੀ ਕਰਨਗੇ ਜਿਹਦੇ ਕੋਲ ਇਹ ਰੱਬੀ ਗੁਣ ਨੇ, ਜਿਹਦੇ ਕੋਲ ਇਹ ਦੇਵੀ ਸੰਪਦਾ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਅਕਾਲ ਪੁਰਖ ਨਾਲ ਇੱਕਮੁਖ ਹੋ ਕੇ ਜੋ ਪਹਿਲੀ ਸੌਗਾਤ ਪ੍ਰਾਪਤ ਕੀਤੀ, ਉਸ ਸੌਗਾਤ ਦਾ ਨਾਂ ਹੈ ਜਪ ਜੀ। ਪੜਨ ਵਾਲਾ ਸਾਹਿਬ ਹੋ ਜਾਂਦਾ ਹੈ ਤੇ ਮਹਾਨ ਹੋ ਜਾਂਦਾ ਹੈ। ਮਹਿਮਾ ਦੇ ਨਾਲ ਰਹਿਤਨਾਮੇ ਭਰੇ ਪਏ ਨੇ, ਸਿੱਖ ਇਤਿਹਾਸ ਭਰਿਆ ਪਿਆ। ਪੁਰਾਣੇ ਸਿੱਖ ਜਦ ਬਾਣੀ ਦਾ ਕੋਈ ਬਹੁਤ ਲੰਬਾ ਚੌੜਾ ਬੌਧ ਨਹੀਂ ਰੱਖਦੇ ਸਨ, ਸਿਰਫ ਜਪਜੀ ਹੀ ਪੜ੍ਹ ਕੇ ਨਿਹਾਲ ਹੋ ਜਾਂਦੇ ਸਨ, ਸਿਰਫ ਜਪਜੀ ਹੀ ਪੜ੍ਹ ਕੇ ਬ੍ਰਹਮ ਗਿਆਨੀ ਹੋ ਜਾਂਦੇ ਸਨ, ਸਿਰਫ ਜਪਜੀ ਹੀ ਪੜ੍ਹ ਕੇ ਸਾਹਿਬ ਹੋ ਜਾਂਦੇ ਸਨ ਤੇ ਆਨੰਦਮਈ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਸਨ। ਤੋ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਤਰੀ ਹੋਈ ਪਰਮਾਤਮਾ ਵੱਲੋਂ ਪਹਿਲੀ ਸੌਗਾਤ ਹੈ, ਪਹਿਲਾ ਅਲਹਾਮ ਹੈ, ਪਹਿਲਾ ਉਦਘੋਸ਼ ਹੈ। ਔਰ ਇਸ ਨੂੰ ਪੜਨ ਤੇ ਸੁਣਨ ਦੇ ਨਾਲ ਮਨੁੱਖ ਉਸ ਪਹਿਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਕਿਸ ਪਹਿਲੀ ਅਵਸਥਾ ਵਿੱਚ? ਜਿੱਥੋਂ ਕਿੱਥੋਂ ਉਪਜੇ ਕਹਿ ਰਹੇ ਕਹਿ ਮਾਏ ਸਮਾਵੇਂ। ਕਿੱਥੋਂ ਸਾਡੀ ਉਤਪਤੀ ਹੋਈ? ਜਿੱਥੋਂ ਉਤਪਤੀ ਹੋਈ ਉਸ ਪਹਿਲੀ ਅਵਸਥਾ ਵਿੱਚ ਉਹ ਮਨੁੱਖ ਲੀਨ ਹੋ ਜਾਂਦਾ ਹੈ, ਜੋ ਪਹਿਲੇ ਪਾਤਸ਼ਾਹ ਦਾ ਪਹਿਲਾ ਕਲਾਮ, ਪਹਿਲਾ ਬਚਨ ਜਪਜੀ ਸਾਹਿਬ ਨਿਤਾਪਤੀ ਸਵੇਰੇ ਅੰਮ੍ਰਿਤ ਵੇਲੇ ਬੈਠ ਕੇ ਦੁਹਰਾਉਂਦਾ ਹੈ, ਜਪਦਾ ਹੈ। ਇਸ ਬਾਣੀ ਦਾ ਨਾਮ ਵੀ ਹੈ ਜਪਜੀ। ਇਹਨੂੰ ਜਪਣਾ ਹੈ ਤੇ ਜਪਣ ਦੀ ਵਿਧੀ ਰਸਨਾ ਨਾਲ ਇੱਕ ਇੱਕ ਪੰਕਤੀ ਉਚਾਰਨ ਕਰਦਾ ਜਾ, ਕੰਨਾਂ ਨਾਲ ਸੁਣਦਾ ਜਾ, ਔਰ ਇਸ ਢੰਗ ਨਾਲ ਜਪਦਿਆਂ ਜਪਦਿਆਂ ਮਨੁੱਖ ਜਪਜੀ ਦਾ ਰੂਪ ਹੋ ਜਾਂਦਾ ਹੈ, ਸਾਹਿਬ ਦਾ ਰੂਪ ਹੋ ਜਾਂਦਾ ਹੈ।